ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੰਖ ਨਾਵ ਅਸੰਖ ਥਾਵ। ਜਿਹੜਾ ਗੁਰਬਾਣੀ ਸੁਣ ਰਿਹਾ ਹੈ ਉਸ ਨੂੰ ਉਹ ਕੁਝ ਪਤਾ ਲੱਗੇ ਜੋ ਅਸੀਂ ਜਿਸ ਤਰ੍ਹਾਂ ਅਸੀਂ ਪੜ੍ਹ ਰਹੇ ਹਾਂ। As we read what we are understanding Gurbani, so similarly the person who is listening Gurbani should get all that information. ਤੇ ਉਹਦੇ ਲਈ ਇਹ ਜ਼ਰੂਰੀ ਹੈ ਕਿ ਗੁਰਬਾਣੀ ਨੂੰ ਪੜ੍ਹਨ ਵਾਲਾ, ਬੋਲਣ ਵਾਲਾ ਉਹ ਧਿਆਨ ਰੱਖੇ ਕਿ ਸਾਰਾ ਕੁਝ ਕਿਵੇਂ ਪਹੁੰਚੇ। ਅਨਫੋਰਚੂਨੇਟਲੀ ਸਾਡੇ ਕੋਲ ਇਹੋ ਜਿਹਾ ਵਿਧਾਨ, ਇਹੋ ਜਿਹਾ ਕੋਈ ਸਿਸਟਮ ਇਵੋਲਵ ਅਸੀਂ ਨਹੀਂ ਹੁਣ ਤੱਕ ਕੀਤਾ ਜਿਹਦੇ ਨਾਲ this could be ensured. So we are trying to do just that. ਜੇਕਰ ਨਾਵ ਨੂੰ ਥੱਲੇ ਔਂਕੜ ਹੈ ਤੇ ਨਾਵ ਨੂੰ ਔਂਕੜ ਨਹੀਂ ਹੈ, ਜਦੋਂ ਨਹੀਂ ਹੈ such a letter is called as mukta. Mukta means mukat from, free from all lag matra. ਜਦੋਂ ਮੁਕਤਾ ਹੈ ਜਿਸ ਤਰ੍ਹਾਂ ਹੁਣ ਹੈ ਅਸੰਖ ਨਾਵ, how do you pronounce it? ਤੇ ਜੇਕਰ ਮੁਕਤਾ ਨਹੀਂ ਹੋ ਕੇ ਔਂਕੜ ਲੱਗ ਜਾਏ then how the listener will know? ਗੁਰਬਾਣੀ ਸਰਵਨ ਕਰਨ ਵਾਲੇ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇੱਥੇ ਇਹ ਨਾਵ ਦਾ ਵਾਵਾ ਮੁਕਤਾ ਹੈ ਕਿ ਵਾਵੇ ਨੂੰ ਔਂਕੜ ਲੱਗਿਆ ਹੋਇਆ ਹੈ। and it means a lot of difference ਕੀ ਹੈ ਦੋਨਾਂ ਦਾ ਤੇ how to make it known, ਇਹ ਦੋ ਗੱਲਾਂ ਜਿਹੜੀਆਂ ਇੰਪੋਰਟੈਂਟ ਨੇ ਕਿਉਂਕਿ ਅਸੀਂ ਬੋਲਣ ਦੀ ਗੱਲ ਕਰ ਰਹੇ ਹਾਂ, ਪ੍ਰੋਨਾਂਸੀਏਸ਼ਨ ਦੀ ਗੱਲ ਕਰ ਰਹੇ ਹਾਂ, ਉਚਾਰਨ ਦੀ ਗੱਲ ਕਰ ਰਹੇ ਹਾਂ ਤਾਂ we have to classify ਜਿਹੜੀ ਧੁਨੀ ਨਿਕਲ ਰਹੀ ਹੈ। ਧੁਨੀ means the sound we produce, we need to classify that. ਸਾਨੂੰ ਵਰਗੀਕਰਨ ਕਰਨਾ ਪਏਗਾ ਆਪਣੀ ਧੁਨੀ ਦਾ। ਹੁਣ ਇਹ ਧੁਨੀ ਜਿਹੜੀ ਸਾਊਂਡ ਹੈ ਇਸ ਦਾ ਇੱਕ ਹੋ ਸਕਦਾ ਕਿ ਨਾਰਮਲ, ਜੋ ਉਸ ਲਗ ਦੀ ਨਾਰਮਲ ਧੁਨੀ ਹੈ ਉਸ ਨੂੰ ਬੋਲਦੇ ਆ ਪੂਰਨ ਉਚਾਰਨ। ਜੇ ਅਸੀਂ ਉਸ ਤੋਂ ਵੀ ਉੱਪਰ ਉਚਾਰਨ ਕਰੀਏ, ਉਸ ਨੂੰ ਹੋਰ ਜ਼ੋਰ ਦੇ ਕੇ, ਤਾਂ ਉਹ ਹੈਗਾ ਦੀਰਘ ਉਚਾਰਨ। ਜੇ ਅਸੀਂ ਨਾਰਮਲ ਪੂਰਨ ਤੋਂ, ਪੂਰਨ ਮੀਨਸ ਨਾਰਮਲ ਜਿਹੜੀ ਉਚਾਰਨ ਹੈ ਉਹਦਾ, ਉਸ ਤੋਂ ਥੋੜਾ ਉਹਨੂੰ ਸੰਕੋਚ ਲਈਏ, ਥੋੜਾ ਘਟਾ ਦਈਏ, ਥੋੜਾ ਜਿਹਾ ਡਿਕਰੀਜ਼ ਕਰ ਦਈਏ, that would be lagu. So these are technical words in the sound. The lagu, decreased, normal, puran, and increased sound would be dirag. ਹੁਣ ਇੱਥੇ ਕੀ ਕਰਨਾ ਹੈ? Mukta is when ਕੋਈ ਵੀ consonant, as we say in English, a consonant, ਗੁਰਮੁਖੀ ਚ ਅਸੀਂ ਬੋਲਦੇ ਹਾਂ ਵਿਅੰਜਨ। ਇੱਥੇ ਵਿਅੰਜਨ ਕਿਹੜਾ ਹੈ? ਵਾਵਾ। ਨਾਵ ਨੂੰ ਔਂਕੜ ਨਹੀਂ ਹੈ ਤਾਂ how will say ਅਸੰਖ ਨਾਵ ਨਹੀਂ, ਨਾਵ ਜਦੋਂ ਬੋਲਿਆ, ਨਾਵ ਨਹੀਂ ਬੋਲਿਆ। ਨਾਵ is ਦੀਰਘ, ਨਾਵ is ਲਘੂ, ਘਟਾ ਲਿਆ ਸੀ। ਜਦੋਂ ਅਸੀਂ ਘਟਾਨੇ ਆ that means ਕੋਈ ਮਾਤਰਾ ਨਹੀਂ ਲੱਗੀ ਹੋਈ। ਅਸੰਖ ਨਾਵ ਅਸੰਖ ਥਾਵ। ਅਸੰਖ ਨਾਵ would be ਵਾਵੇ ਨੂੰ ਔਂਕੜ, ਨਾਵ would be ਵਾਵਾ ਮੁਕਤਾ। ਅਸੰਖ ਨਾਵ ਅਸੰਖ ਥਾਵ। ਹੁਣ ਅਸੀਂ ਆਨੇ ਆ ਇਹਦੇ ਉਚਾਰਨ ਤੋਂ ਬਾਅਦ ਅਸੰਖ ਨਾਵ means names, ਨਾਮ। ਅਸੰਖ ਮਤਲਬ ਜਿਸ ਦੀ ਸੰਖਿਆ ਨਹੀਂ ਕੀਤੀ ਜਾ ਸਕਦੀ, innumerable, something which cannot be counted, innumerable. ਇੰਨੇ ਤਰ੍ਹਾਂ ਦੇ ਨਾਮ ਨੇ, ਸਾਰੇ ਜੀਵ ਜਨਤਾ ਦੇ ਨਾਮ, people's name, ਪਦਾਰਥਾਂ ਦੇ ਨਾਮ, ਚੀਜ਼ਾਂ ਦੇ ਨਾਮ। ਅਸੰਖ ਨਾਮ, ਕਿੰਨੇ ਤਰ੍ਹਾਂ ਦੇ, ਗਿਣੇ ਨਹੀਂ ਜਾ ਸਕਦੇ, ਇੰਨੇ ਤਰ੍ਹਾਂ ਦੇ ਨਾਮ ਨੇ। ਇੱਥੋਂ ਗੱਲ ਤੁਰੀ ਹੈ, ਮਤਲਬ we are being exposed to something magnanimous. ਅਸੰਖ ਨਾਮ। ਫਿਰ ਦੂਸਰੀ ਗੱਲ ਆਈ ਅਸੰਖ ਥਾਵ। Different kinds of, you can't count the number of places. There's so many places. ਇੰਨੇ ਤਰ੍ਹਾਂ ਦੀਆਂ ਜਗ੍ਹਾ ਨੇ, ਸਥਾਨ ਕਿੰਨੇ ਤਰ੍ਹਾਂ ਦੇ ਨੇ, there is no count. And ਹਰ ਸਥਾਨ ਵੀ ਆਪਣੇ ਉਸ ਸਥਾਨ ਦਾ ਸੱਭਿਆਚਾਰ, ਉਸ ਸਥਾਨ ਦਾ ਟੈਂਪਰੇਚਰ, ਉਸ ਸਥਾਨ ਦੇ ਕੱਪੜੇ, ਉਸ ਸਥਾਨ ਦੀ ਬੋਲੀ, so many things are attached to a particular place.
अगम अगम असंख्य लोअर। एक है अगम, एक है अगम, गगे ਨੂੰ ਟਿੱਪੀ ਅਗਮ, ਜਿਹਨੂੰ ਜਿੱਦ ਤੱਕ ਅਸੀਂ ਪਹੁੰਚ ਨਹੀਂ ਸਕਦੇ ਵਿਦ ਆਵਰ ਸਾਡੇ ਕੋਲ ਕੀ ਪਹੁੰਚਣ ਦੇ ਤਰੀਕੇ ਨੇ, ਅਸੀਂ ਅੱਖਾਂ ਨਾਲ ਸੂੰਘ ਕੇ, ਟੱਚ ਕਰਕੇ, ਸੁਣ ਕੇ, तो these are the ways we kind of interact। पर इन्ना सारियां तरीकों के नाल something which out of our reach उन बोलते हैं अगम। अगम अगम असंख्य lower, lower would mean the people staying somewhere, जिथे लोग रह रहे हैं वो अपनी एक दुनिया है। I'm remembering the when I was ਜਦੋਂ ਅਸੀਂ ਜਥੇਬੰਦਕ ਕਾਰਜਸ਼ੈਲੀ ਵਿੱਚ when we were in organizational services, so I proposed a program which was called as Parivarak Sampark Muhim। It was a drive where we would interact with families, we just knock at the door and interact with the families, and this was happening for years together। This was Parivarak Sampark Muhim, and I realized that every family is a different world। ਉਹਨਾਂ ਦਾ ਗੱਲਬਾਤ ਦਾ ਤਰੀਕਾ, ਉਹਨਾਂ ਦਾ environment within the family, every family is totally different। so that is ਜਿੱਥੇ ਲੋਕ ਰਹਿ ਰਹੇ ਹੈ ਉਹ ਉੱਥੇ ਤੱਕ ਪਹੁੰਚ ਕਰਨੀ, ਉਹਨਾਂ ਨੂੰ ਅੰਡਰਸਟੈਂਡ ਕਰਨਾ, ਉਸ ਦੇ ਬਾਰੇ ਜਾਣ ਸਕਣਾ, even knowing them, it is agam, it is out of reach to know everybody, all people where they stay। so this is just throwing the things too far apart कि किन्ना कुछ आसपास, किन्ना थाई ते और किन्ने दूर दराडे far apart की कुछ हो रहा है, किस तरह की कुछ हो रहा है। तो असंख्य नाव, असंख्य थाव, अगम अगम असंख्य लोअर, ਇਹਨਾਂ ਨੂੰ ਸਾਰਿਆਂ ਨੂੰ ਅਸੀਂ we can't reach everywhere। ਸੋ ਇਹ ਉਥੋਂ ਦੇ ਲੋਕ ਕੀ ਕਰ ਰਹੇ ਨੇ, ਕਿਸ ਤਰ੍ਹਾਂ ਡਰੈਸ ਕਰਦੇ ਨੇ, ਕੀ ਬੋਲਦੇ ਨੇ, ਕੀ ਪਾਉਂਦੇ ਨੇ, ਕੀ ਖਾਂਦੇ ਨੇ, so all that comes into it। so things attached to that magnanimity। असंख्य नाव, असंख्य थाव, अगम अगम असंख्य लोअर। ਇੰਨਾ ਜ਼ਿਆਦਾ ਇਹ ਮਤਲਬ ਮੈਗਨੈਨਿਮਸ ਹੈ ਕਿ ਗੁਰੂ ਸਾਹਿਬ ਕਹਿੰਦੇ ਅਸੰਖ ਕਹੇ, ਅਸੰਖ ਕਹੇ। ਕਹੇ ਦਾ ਮੀਨਿੰਗ ਜਦੋਂ ਅਸੀਂ ਕਹਿੰਦੇ every verb in ਗੁਰਬਾਣੀ with ਹਾਹਾ ਵਿਦ ਸਿਹਾਰੀ, we immediately have to think to come to ਇਹ ਕਿਹੜੇ ਪੁਰਖ ਦਾ ਹੈ, which person। in English also there is first person, second person, third person। ਪੰਜਾਬੀ ਹਿੰਦੀ ਵਿੱਚ ਵੀ ਪਹਿਲਾ ਪੁਰਖ, ਦੂਜਾ ਪੁਰਖ, ਤੀਜਾ ਪੁਰਖ। ਹਿੰਦੀ ਚ ਇਹਨੂੰ ਕਹਿੰਦੇ ਆ ਉੱਤਮ ਪੁਰਖ, ਮੱਧਮ ਪੁਰਖ, ਅਨਯ ਪੁਰਖ। so we have to immediately see ਕਿ ਇਹ ਕਹੇ ਕਿਸ ਪਰਸਨ ਦੇ ਨਾਲ ਹੈ, ਕਿਸ ਪੁਰਖ ਦੇ ਨਾਲ ਇਹ ਅਟੈਚ ਹੈ। ਤੂੰ ਕਹੇ ਹੋ ਸਕਦਾ ਹੈ ਕਿ ਤੂੰ ਕਹੇ, ਪਰ ਇੱਥੇ ਹੋ ਰਿਹਾ ਹੈ ਅਸੰਖ ਕਹੇ। तो असंख कहे होएगा कि किन्ने लोग ने वो इस गल नूं कह रहे ने, ਜਿਹੜੇ ਇਹਨੂੰ ਅਸੰਖ ਵੀ ਕਹਿੰਦੇ ਆ, ਤੇ ਅਸੰਖ ਕਹਿ ਕੇ ਵੀ ਸਿਰ ਤੇ ਭਾਰ ਆਂਦਾ ਹੈ ਵੀ I still could not justify it। ਇਹ ਅਸੰਖ ਤੋਂ ਵੀ ਉੱਪਰ ਹੈ। ਅਸੰਖ ਕਹੇ ਸਿਰੇ ਭਾਰ ਹੋਏ। ਹੁਣ ਸਿਰੇ ਮਤਲਬ ਇਟਸ ਅ ਪ੍ਰੈਪੋਜੀਸ਼ਨ। ਜਦੋਂ what is a preposition, ਜਿਹੜੀ ਦੋ ਚੀਜ਼ਾਂ ਵਿੱਚ ਸੰਬੰਧ ਦੱਸਦੀ ਹੈ, ਲਾਈਕ ਅੰਦਰੇ, ਬਾਹਰੇ, ਉਪਰੇ, ਮੰਝਾਰੇ, ਸੰਗੇ, ਨਾਲੇ, ਸਿਰੇ। ਅਸੰਖ ਕਹਿਣਾ ਵੀ ਸਿਰ ਤੇ ਭਾਰ ਹੁੰਦਾ ਇਸ ਗੱਲ ਦਾ। ਹੁਣ ਭਾਰ ਹੋਏ ਹੋਏਗਾ ਕਿ ਭਾਰ ਹੋਏ ਹੋਏਗਾ। ਭਾਰ ਰਾਰੇ ਨੂੰ ਔਂਕੜ, ਇਹਨੂੰ ਅਸੀਂ ਦੀਰਘ ਮੁਕਤਾ ਕੀਤਾ, ਭਾਰ ਭਾਰ ਹੋਏ। ਜੇ ਹੋਏ ਹੁੰਦਾ ਭਾਰ ਹੋਏ, तो प्लूरल ਦੇ ਨਾਲ ਹੋਏ, ਥਰਡ ਪਰਸਨ, ਬਟ ਭਾਰ ਹੋਏ। ਅਸੰਖ ਕਹੇ ਸਿਰੇ ਭਾਰ ਹੋਏ। तो its magnanimity is being, with a purpose, this thing is being thrown like this। असंख नाव, असंख थाव, अगम अगम असंख लोअर। असंख कहे
सिरे पार होए। इन्ना कुछ है, इन्ना आस-पास साडे है कि इसनू समझ पाना, इट्स सो माइंड बॉगलिंग, दैट्स व्हाट इट मीन्स। असंख्य कहे सिरे पार होए। आखिरी नाम, नाम ਜਦੋਂ ਨਾਮ ਗਿਆ ਤੇ ਇਹ ਹੁਣ ਨਾਮ is not a name like ਅਸੰਖ ਨਾਮ। ਇਹ ਹੁਣ ਨਾਮ, ਨਾਮ would be ਰੱਬ ਦੀ ਹੋਂਦ। ਰੱਬ ਦੀ ਹੋਂਦ ਨੂੰ ਅੱਖਰ ਦੇ ਨਾਲ, ਅੱਖਰਾਂ ਦੇ ਨਾਲ ਬਿਆਨ ਕਰਨਾ। ਇੱਕ ਸਲਾਹ ਜੋ word ਹੈ, ਇਸ ਨੂੰ sometimes we say praise of God. So this praise of God is kind of a misinterpretation. Salah would be studying the characteristics of God. बयान करना, ना के तारीफ करना। सिफ्त सलाह is understanding the attributes of God and its creation. We understand, ਅਸੀਂ ਬਿਆਨ ਕਰਦੇ ਹਾਂ ਜਦੋਂ ਅਸੀਂ ਸਿਫਤ ਕਰਦੇ ਹਾਂ, ਸਲਾਹ ਕਰਦੇ ਹਾਂ। तो ਇਹ this is how ਅਖਰੀ ਸਲਾਹ, ਤੇ ਉਹ ਜੋ ਅਸੀਂ ਬਿਆਨ ਕਰਨਾ ਹੈ ਉਸਦੇ ਅਸੀਮ, ਉਸਦੇ ਪ੍ਰੈਜ਼ੈਂਸ ਇਨ ਇਟਸ ਕ੍ਰੀਏਸ਼ਨ ਨੂੰ, ਉਸਦੀ ਹੋਂਦ ਨੂੰ, ਉਸਦਾ ਨਾਮ ਇਸ ਉਸਦੀ ਹੋਂਦ। ਨਾਮ ਅਖਰੀ, ਨਾਮ ਅਖਰੀ ਸਲਾਹ। ਅੱਖਰਾਂ ਦੀ ਜਿਹੜੀ ਹੁਣ ਸਿਗਨੀਫੀਕੈਂਸ, ਅਖਰੀ ਗਿਆਨ, ਕੋਈ ਵੀ ਦੁਨੀਆ ਦਾ ਗਿਆਨ ਹੈ ਉਹ ਅੱਖਰਾਂ ਦੇ ਰਾਹੀਂ। ਕਿ ਜਦੋਂ ਅਸੀਂ ਕਹਿੰਦੇ ਨਾ ਇਹ ਗੱਲਬਾਤ ਤਾਂ ਕਰ ਲਈ ਹੈ, ਇਹਨੂੰ ਤੁਸੀਂ ਪੈਨ ਡਾਊਨ ਕਰੋ ਤਾਂ ਗੱਲ ਕਲੀਅਰ ਹੋਏਗੀ। ਕੋਈ ਵੀ ਗਿਆਨ ਬੋਲ ਚਾਲ ਤੱਕ ਸੀਮਤ ਨਹੀਂ ਰਹਿ ਸਕਦਾ। ਗਿਆਨ ਤਾਂ ਹੀ ਹੈ ਜੇ ਲਿਖਤ ਵਿੱਚ ਹੈ। ਅਖਰੀ ਗਿਆਨ, ਈਵਨ ਜੇ ਕੋਈ ਗੀਤ ਅਸੀਂ ਕੰਪੋਜੀਸ਼ਨ ਕਰਦੇ ਹਾਂ ਤਾਂ ਅੱਖਰਾਂ ਦੇ ਨਾਲ, ਅੱਖਰ, ਅਖਰੀ ਗਿਆਨ, ਗੀਤ, ਗੁਣ ਗਾਹ, ਗੁਣ ਗਾਹ। ਇਹ ਗਾਹ ਵਰਡ is very very important. ਜਦੋਂ ਗੁਣ ਗਾਹ ਤੇ ਗੁਣ ਗਾਵਾ, ਤੇ ਉੱਥੇ sometimes we are, you know, ਗੁਣ ਗਾਵਾ, ਗੁਣ ਗਾਹ। ਗਾਹ means ਗੁਣ is attributes, ਉਸਦੇ, ਉਹਦੇ ਬਾਰੇ, ਉਸਦੀ ਕ੍ਰੀਏਸ਼ਨ। ਕ੍ਰੀਏਸ਼ਨ ਵਿੱਚੋਂ ਅਸੀਂ ਗॉड ਨੂੰ ਅੰਡਰਸਟੈਂਡ ਕਰਦੇ ਹਾਂ। we try to comprehend the God. ਗਾਹ, ਉਸਨੂੰ ਸਮਝਣਾ। ਸੁਣਿਆ ਸਾਰਾ ਗੁਣਾ ਕੇ ਗਾਹ, ਗੁਣਾ ਨੂੰ ਸਮਝਣਾ, ਗਾਹਣਾ। ਅਖਰੀ ਗਿਆਨ, ਗੀਤ, ਗੁਣ ਗਾਹ, ਗੁਣਾ ਨੂੰ ਗਾਹ। ਤੋ ਜਿਹੜਾ ਅੱਗੋਂ ਗੁਰਬਾਣੀ ਚ ਆਏਗਾ ਨਾ ਗੁਣ ਗਾਵਾ, ਤੇ ਉਸ ਵੇਲੇ ਵੀ ਸਾਨੂੰ ਸਮਝਣਾ ਚਾਹੀਦਾ ਹੈ ਕਿ ਗੁਣ ਗਾਹ, ਇਹ ਗੁਣ ਗਾਹ ਦੀ ਗੱਲ ਹੋ ਰਹੀ ਹੈ। ਗੁਣ ਜਿਹੜੇ ਗੁਰੂ ਸਾਹਿਬ ਦੇ, ਗੁਰ ਅਕਾਲ ਪੁਰਖ ਦੇ ਜਿਹੜੇ ਗੁਣ ਨੇ, ਉਹਨਾਂ ਨੂੰ ਸਮਝਣਾ ਹੈ। We have to understand God from the attributes of God. ਗੁਣ ਗਾਹ। ਤੋ ਇਹ ਅੱਖਰਾਂ ਦੇ ਨਾਲ, ਅੱਖਰ play a, ਅੱਖਰ have a significance in that. ਅਸੀਂ ਬੋਲਣ ਦੀ ਗੱਲ ਕੀਤੀ ਹੈ, ਹੁਣ ਅੱਖਰ ਦੀ ਗੱਲ। ਅਖਰੀ ਗਿਆਨ, ਗੀਤ, ਗੁਣ ਗਾਹ। ਅਖਰੀ ਲਿਖਣ, ਬੋਲਣ, ਬਾਣ। Any language begins with the ਅੱਖਰ, ਉਹਦੀ ਲਿਪੀ, ਉਹਦਾ ਸਕ੍ਰਿਪਟ is ਅੱਖਰ। ਉਹਦੇ ਜਿਹੜੇ ਲੈਟਰਸ ਨੇ ਇਹ ਅੱਖਰ ਨੇ। ਉਸ ਲੈਟਰਸ ਨੂੰ ਬੋਲਦੇ ਆ ਵਰਣ। ਵਰਣ ਬੋਧ, ਬੋਧ means understanding, ਵਰਣ ਬੋਧ ਲੈਟਰਸ ਨੂੰ ਅੰਡਰਸਟੈਂਡ ਕਰਨਾ। ਸ਼ਬਦ ਬੋਧ, we make words of letter, from letters we make words, words ਨੂੰ ਅੰਡਰਸਟੈਂਡ ਕਰਨਾ। ਸ਼ਬਦ ਬੋਧ, ਸ਼ਬਦਾਂ ਦੇ ਨਾਲ ਅਸੀਂ ਸੈਂਟੈਂਸ ਪੂਰੇ ਬਣਾਉਂਦੇ ਆ। ਤਾਂ how to make different kinds of sentences, तो ਵੱਖ-ਵੱਖ ਵਾਕ ਨੂੰ ਵਾਕ ਬੋਧ, तो ਵਰਨ ਬੋਧ, ਸ਼ਬਦ ਬੋਧ, ਵਾਕ ਬੋਧ। ਇਹ ਭਾਸ਼ਾ ਦਾ ਬੋਧ ਹੈ, ਭਾਸ਼ਾ ਨੂੰ ਅੰਡਰਸਟੈਂਡ ਕਰਨਾ। ਜਿਹੜੀ ਇਹਦਾ ਬੇਸ ਕੀ ਹੈ? ਅੱਖਰ। ਅਖਰੀ ਲਿਖਣ, ਬੋਲਣ, ਬਾਣ। ਜਿਹੜੀ ਬੋਲੀ, ਹੁਣ ਸਾਰੀ ਭਾਸ਼ਾ ਬਣੇਗੀ, ਉਹਦੀ ਲਿਪੀ ਬਣ ਗਈ। ਲਿਪੀ ਮੀਨਸ ਅ ਸਕ੍ਰਿਪਟ। ਉਸ ਤੋਂ ਬਾਅਦ ਉਹਦੀ ਭਾਸ਼ਾ ਬਣੀ, ਉਹਦਾ ਵਰਨ ਹੋਏ, ਉਹਦੇ ਸ਼ਬਦ ਬਣੇ, ਉਹਦੇ ਵਾਕ ਬਣੇ, ਤੇ ਉਸ ਤੋਂ ਬਾਅਦ ਉਸਦੀ ਬੋਲੀ, ਉਸਦਾ ਬੋਲ ਹੋਇਆ, ਉਸਦਾ ਉਚਾਰਨ। ਅਖਰੀ ਲਿਖਣ, ਬੋਲਣ, ਇਹ ਚੋਂ ਸਾਡੀ ਜਿਹੜੀ ਆ ਬਾਣੀ, ਲਿਖਣ, ਬੋਲਣ, ਬਾਣ, ਇਹ ਜੋ ਅਸੀਂ ਬਚਨ ਕਰਦੇ ਹਾਂ, ਬੋਲਦੇ ਹਾਂ, ਬਾਣੀ,
ਇਹ ਜੋ ਸਾਰਾ ਕੁਝ ਅੱਖਰਾਂ ਤੇ ਆਧਾਰਿਤ ਹੈ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਔਰ ਅੱਖਰਾਂ ਦੇ ਨਾਲ ਹੀ ਅਸੀਂ ਕਿਸੇ ਨੂੰ ਕਿਸੇ ਦੇ ਨਾਲ ਸੰਬੰਧਿਤ ਕਰਦੇ ਹਾਂ। ਇਹ ਘਰ ਉਹਦਾ ਹੈ, ਇਹ ਸੜਕ ਉਧਰ ਜਾਂਦੀ ਹੈ। ਸੋ ਅਸੀਂ ਵੀ ਰਿਲੇਟ ਥਿੰਗਸ, ਵੀ ਕੋਰਿਲੇਟ ਬਾਈ ਅੱਖਰਾਂ ਦੇ ਨਾਲ। ਔਰ ਅੱਖਰਾ ਵਰਡ ਵੀ ਇਜ਼ ਆਲਸੋ ਗੁਰਬਾਣੀ ਦੀ ਭਾਸ਼ਾ। ਅੱਖਰ ਇਜ਼ ਅ ਸਿੰਗੂਲਰ, ਅੱਖਰਾ ਇਜ਼ ਪਲੂਰਲ, ਫੁੱਲ ਸਟਾਪ। ਗੁਰਬਾਣੀ ਦਾ ਇਹ ਹੋ ਗਿਆ। ਬਟ ਇਫ ਵੀ ਗੋ ਟੂ ਪੰਜਾਬੀ, there are different rules. The rules is akhar singular, akharan would be Punjabi plural. So that is in Punjabi. In Gurbani, the language of Gurbani is akhar, akhara. Buryai, buryaiya. Changyai, changyaiya. Sad, sada. Pagat, pagta. Full stop. This is done. A plural ho gaya. तो अखरा, अखरा is अखर दा plural in गुरबाणी। अखरा सिरे, अखरा दे सिर ते, सिरे is a preposition। तो इस करके इस दी जड़ी धुनी ਅਸੀਂ ਲਘੂ ਲਾਮ ਵਾਲੀ ਕਰਦੇ ਹਾਂ। ਜਦੋਂ ਸਿਹਾਰੀ ਪੈਂਦੀ ਹੈ ਉਸ ਨੂੰ ਲਘੂ ਲਾਮ ਦੇ ਵਾਂਗੂ ਅਸੀਂ ਉਚਾਰਨ ਕਰਦੇ ਹਾਂ, ਕਿਉਂਕਿ ਲਾਮ ਔਰ ਸਿਹਾਰੀ ਦਾ ਸੰਬੰਧ ਹੈ ਗੁਰਬਾਣੀ ਵਿੱਚ। ਪਹਰੇ, ਪਹਰਿਆ। तो रारे नु सिहारी दे नाल उसे वही पहरिया जेड़े पहरे रारे नु लाम है। तो लाम दा सिहारी दे नाल संबंध है। तो दिस इज हाउ इट टेक्निकली रिलेट होंदा है। ते ए हुण की है कि अखरा सिरे संजोग बखान, अखरां दे सिर ते ही ये सारे संबंध संजोग, संजोग इज संजोग और विजोग दो वर्ड्स ने गुरबाणी चाहते। संजोग विजोग, संजोग विजोग दो कार चलावे। संजोग भी कर रहे हैं, मेल भी कर रहे हैं। People get born in a family, the new one, a young one is born, संजोग हो गया, रल गया family, then people leave families। विजोग, विजोग is going away, संजोग is coming together। So getting related, जड़ा संबंधित होना, संजोग। अखरा सिरे संजोग बखान, जिन्नी एह लिखे। हुण असी तां की संजोग दसने ने, संजोग ओ बना रहा है ऊपर। जिन्नी और जिन्नी दा जदों भी जजे नो सिहारी दे नाल नन्ने नो सिहारी आंदी है, इट इज ऑलवेज सिंगुलर। ए प्रोनाउंस ने गुरबाणी दे, प्रोनाउंस टेल अस कि ए सिंगुलर है, ए प्लूरल है। सो ओदे हिसाब नाल असी जिन नन्ने नो सिहारी नहीं है तो इट इज ऑलवेज प्लूरल। ते जे असी नन्ने नो सिहारी है, नाउ इट मीन्स सिंगुलर। तो इफ वी जिन्नी नु ऐसे जिन बोल दिए जिस तरह बोलिया जा रहा है अक्सर, तो हाउ विल ए लिसनर नो कि जिन ए सिंगुलर है प्लूरल है। देयरफॉर फॉर प्रोनाउंस नन्ने दी सिहारी नु उस दी सिहारी दा पूरन धुनी सिहारी दी जिन्नी, जिन्नी, जिन्नी एह लिखे। रब साडे संजोग लिख रहा है। जिन्नी ने दसता कि एक प्रभु की गल हो रही है। जिन्नी एह लिखे, अखरां दी गल, ये सारे कायनात दी गल और इन्हां दे आपसी संबंधां दी गल। ये गल कित्थे जा रही है? जिन्नी एह लिखे तिस सिर नाहे, जिव फरमाए तिव तिव पाहे। हुण फरमाए होएगा कि फरमाहे होएगा, पाए होएगा कि पाहे होएगा, इट हैज ए मीनिंग। थर्ड पर्सन विच पाहे हमेशा होएगा प्लूरली, पाए होएगा सिंगुलरली। जिव फरमाए, फरमा एक रहा है प्रभु, तो इट कैन नेवर बी फरमाहे। जिव फरमाए, पा असी रहे हैं सारे, असी पाहे, असी पाए नहीं होएगा, असी पाहे। तो जिव फरमाए तिव तिव पाहे। तो ਇਹਦੇ ਨਾਲ ਹਾਹੇ ਦੀ ਸਿਹਾਰੀ ਜਿਹੜੀ ਵਰਬ ਨੂੰ ਲੱਗੀ, ਉਹਨੇ ਦੱਸਤਾ ਕਿ ਜੇ ਫਰਮਾਏ ਤੇ ਹਾਹੇ ਦੀ ਸਿਹਾਰੀ ਨਹੀਂ ਲੱਗੀ, ਇਹਦਾ ਮਤਲਬ ਇਹ ਇੱਕ ਪ੍ਰਭੂ ਇੱਕ ਹੈ, ਉਹਨੇ ਫਰਮਾਇਆ, ਇਹ ਸੰਜੋਗ ਫਰਮਾਇਆ ਵੀ ਇਹ ਇਸ ਦੇ ਨਾਲ ਸੰਬੰਧਿਤ ਹੋਏਗਾ। ਇਹ ਕੋਈ ਕੰਟਰੋਲ ਨਹੀਂ ਕਰ ਸਕਦਾ ਕਿ ਮੈਂ ਕਿਹਦਾ ਬੇਟਾ ਕਿਹਦੀ ਬੇਟੀ ਬਣਾ। ਜਿਵ ਫਰਮਾਏ
ਤਿਵ ਤਿਵ ਪਾਹੇ, ਉਹੋ ਜਿਹਾ ਪਰਿਵਾਰ ਸਾਨੂੰ ਮਿਲੇਗਾ। ਜੇ ਫਰਮਾਏ ਤਿਵ ਤਿਵ ਪਾਹੇ, ਜਿਵੇਂ ਉਹ ਫਰਮਾ ਰਿਹਾ ਹੈ ਕਿ ਉਹ ਫਰਮਾਏ ਹੈ, ਫਰਮਾਏ ਨਹੀਂ। ਤਿਵ ਤਿਵ ਪਾਹੇ, ਪਾਏ ਨਹੀਂ, ਤਿਵ ਤਿਵ ਪਾਹੇ, ਤੇ ਅਸੀਂ ਸਾਰੇ ਉਸ ਤਰ੍ਹਾਂ ਗੁਰਬਾਣੀ ਦੇ ਜਿਹੜੀ ਵਰਬਸ, ਗੁਰਬਾਣੀ ਦੇ ਪ੍ਰੋਨਾਉਂਸ, ਗੁਰਬਾਣੀ ਦੇ ਨਾਉਂਸ, ਇਹ ਭਾਸ਼ਾ ਪੰਜਾਬੀ ਨਾਲੋਂ ਵੱਖਰੀ ਹੈ ਤੇ ਇਹਨੂੰ ਅਸੀਂ ਉਸ ਤਰ੍ਹਾਂ ਹੀ ਸਮਝਦੇ ਹਾਂ, ਉਸ ਤਰ੍ਹਾਂ ਹੀ ਇਸ ਦਾ ਉਚਾਰਨ ਕਰਦੇ ਹਾਂ, ਸੋ ਦੈਟ ਕਿ ਜਿਹੜਾ ਸਰਵਣ ਕਰ ਰਿਹਾ ਹੈ ਉਸ ਨੂੰ ਵੀ ਸਾਰਾ ਉਸੇ ਤਰ੍ਹਾਂ ਮਿਲੇ ਜਿਸ ਤਰ੍ਹਾਂ ਅਸੀਂ ਪੜ੍ਹ ਕੇ ਸਮਝ ਰਹੇ ਹਾਂ। ਜੇਤਾ ਕੀਤਾ ਤੇਤਾ ਨਾਉ, ਇੱਥੇ ਆਇਆ ਸਾਰੀ ਪੌੜੀ ਦਾ ਆਧਾਰ। ਇਹ ਕਿਸ ਲਈ ਸਾਰਾ ਕੁਝ ਜੇਤਾ ਕੀਤਾ? ਹੁਣ ਜੇਤਾ ਕੀਤਾ, ਜੋ ਕੁਝ ਕੀਤਾ ਹੈ, ਇਹ ਸਾਰਾ ਉਸ ਦੀ ਹੋਂਦ ਦਾ ਪ੍ਰਤੀਕ ਹੈ। ਤੇਤਾ ਨਾਉ, ਨਾਮ ਦੀ ਇਹ ਬੈਸਟ ਡੈਫੀਨੇਸ਼ਨ ਹੈ, ਸਭ ਤੋਂ ਕੰਸਾਈਜ਼, ਬਰੀਫ, ਐਗਜ਼ੈਕਟ, ਕਲੀਅਰ, ਕ੍ਰਿਸਟਲ ਕਲੀਅਰ ਨਾਮ ਦੀ ਡੈਫੀਨੇਸ਼ਨ। ਨਾਮ ਕੀ ਹੈ? ਨਾਮ is used so often in Gurbani, but it is least understood. ਨਾਮ ਦੀ ਇਹ ਡੈਫੀਨੇਸ਼ਨ, ਜੇਤਾ ਕੀਤਾ ਤੇਤਾ ਨਾਮ, ਜੋ ਕੁਝ ਤੂੰ ਇਹ ਸਾਰਾ ਰਚਨਾ ਰਚੀ ਹੈ, ਇਹ ਤੇਰੀ ਹੋਂਦ ਦਾ ਪ੍ਰਤੀਕ ਹੈ। ਜੇਤਾ ਕੀਤਾ। Now we go back, these were being discussed. ਇਹ ਗੱਲਾਂ ਕਿਉਂ ਹੋਈਆਂ? ਜੇਤਾ ਕੀਤਾ ਅਸੰਖ ਨਾਮ, ਜੇਤਾ ਕੀਤਾ ਅਸੰਖ ਥਾਲ, ਜੇਤਾ ਕੀਤਾ ਅਸੰਖ ਲੋਹ। ਇਹ ਸਾਰਾ ਕੁਝ, ਇਹ ਖਿਲਾਰਾ ਸਾਨੂੰ ਪਹਿਲੇ ਦੱਸਿਆ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਮ ਹੈ ਨਾਹੀ ਕੋ ਥਾਉ। ਹੁਣ ਇਹਨੂੰ ਨੇਮਸ ਨਾਲ ਨਹੀਂ ਜੋੜ ਸਕਦੇ, ਇਸ ਨੂੰ ਪ੍ਰਭੂ ਦੀ ਹੋਂਦ, ਵਿਣ ਨਾਮ ਹੈ, ਉਸ ਦੀ ਹੋਂਦ ਤੋਂ ਬਿਨਾ। This is how the Shabdavali, the terminology of Gurbani is different from Punjabi. ਵਿਣ ਨਾਮ ਹੈ, ਉਸ ਦੀ ਹੋਂਦ ਤੋਂ ਬਿਨਾ ਕੋਈ ਜਗ੍ਹਾ ਨਹੀਂ ਹੈ। ਨਾ ਹੀ ਕੋ ਥਾਓ, ਹਰ ਜਗ੍ਹਾ, ਜੇ ਹਵਾ ਵੀ ਹੈ ਕਿਸ ਜਗ੍ਹਾ ਤੇ, ਉਹ ਵੀ ਉਸ ਦੀ ਹੋਂਦ ਦਾ ਪ੍ਰਤੀਕ ਹੈ। The creator of ਹਵਾ, creator of all jungles and trees, all vegetation, ਸਾਰਾ ਹਰਿਆਵਲ। The creator of all beings, ਸਾਰੇ ਜੀਵ ਜੰਤ, ਜਿਹੜੇ ਦਿਸਦੇ ਨੇ, ਜਿਹੜੇ ਨਹੀਂ ਵੀ ਦਿਸਦੇ, ਮਾਈਕਰੋਸਕੋਪਿਕ, ਉਹ ਕਰੋਨਾ ਵੇਲੇ ਦਿਸਦੇ ਨੇ ਵੀ ਹੈ ਕੋਈ ਅਜਿਹੇ ਮਿਲੀਅਨਸ ਐਂਡ ਟ੍ਰਿਲੀਅਨਸ ਨੇ। ਰੱਬ ਦੀ ਇਹ ਉਸ ਦੀ ਜੇਤਾ ਕੀਤਾ ਤੇਤਾ ਨਾਉ, ਕੁਦਰਤ ਕਵਣ। ਅੱਛਾ, ਕੁਦਰਤ ਦਾ ਵੀ ਗੁਰਬਾਣੀ ਵਿੱਚ ਦੋ ਤਰ੍ਹਾਂ ਦੇ ਮੀਨਿੰਗ ਨੇ। ਜਿਸ ਤਰ੍ਹਾਂ ਪੰਜਾਬੀ ਵਾਲਾ ਇੱਕ ਮੀਨਿੰਗ, ਜਿਸ ਤਰ੍ਹਾਂ ਗਾਵਾ ਇੱਕ ਪੰਜਾਬੀ ਵਾਲਾ, ਇਹ ਗਾਵਾ ਸਮਝ ਹੈ। ਅਮਰ ਇੱਕ ਪੰਜਾਬੀ ਵਾਲਾ, ਇੱਕ ਅਮਰ ਹੁਕਮ। ਇੱਕ ਸਤ ਪੰਜਾਬੀ ਵਾਲਾ ਸੱਚਾ, ਇੱਕ ਸਤ ਗੁਰਬਾਣੀ ਵਾਲਾ ਸਥਿਰ, ਕਾਇਮ ਦਾਇਮ, ਅਟਲ। ਸਿਮਿਲਰਲੀ ਕੁਦਰਤ ਕਵਣ, ਇੱਕ ਕੁਦਰਤ ਦਾ ਡਿਫਰੈਂਟ ਮੀਨਿੰਗ ਹੈ ਕਿ ਨੇਚਰ ਨਾਲੋਂ। ਉਹ ਕਿਹਨੇ ਦੱਸਿਆ? ਕਵਣ ਦੇ ਔਂਕੜ ਨਹੀਂ ਹੈ। ਕਵਣ ਦਾ ਔਂਕੜ ਹੁੰਦਾ ਹੈ, ਕਵਣ ਕਦੀ ਕਵਣ ਦਾ ਔਂਕੜ ਨਹੀਂ ਹੁੰਦਾ। ਕਵਣ ਔਂਕੜ ਤੋਂ ਬਿਨਾ, ਕਵਣ ਔਂਕੜ ਦੇ ਨਾਲ। ਜਦੋਂ ਔਂਕੜ ਦੇ ਨਾਲ ਹੋਏਗਾ, ਇਹ ਤੁਕ ਸਾਰੀ ਕੀ ਹੈ? ਕੁਦਰਤ ਕਵਣ ਕਹਾ ਵਿਚਾਰ। ਵਿਚਾਰ ਉਹਦੇ ਔਂਕੜ ਹੈ, ਵਿਚਾਰ। ਹੁਣ ਕਵਣ ਜਿਹੜਾ ਹੈ, ਕਵਣ ਕਿਹਦੇ ਨਾਲ ਹੈ? ਕੁਦਰਤ ਕਵਣ ਕਿ ਵਿਚਾਰ ਕਵਣ? ਜੇ ਵਿਚਾਰ ਕਵਣ ਹੋਏਗਾ ਤੇ ਰਾਣੇ ਨੂੰ ਔਂਕੜ ਹੋਏਗਾ, ਕਿਉਂਕਿ ਵਿਚਾਰ ਔਂਕੜ ਹੈ। ਕੁਦਰਤ ਕਵਣ ਕਹਾ ਵਿਚਾਰ, ਇਹ ਇੱਕ ਗੱਲ ਹੈ। ਕੁਦਰਤ ਕਵਣ ਕਹਾ ਵਿਚਾਰ, ਇਹ ਦੂਜੀ ਗੱਲ ਹੈ। ਇੱਥੇ ਕਵਣ ਕਿਉਂਕਿ ਔਂਕੜ ਨਹੀਂ ਹੈ ਤੇ ਕੁਦਰਤ ਨਾਲ ਜੁੜ ਗਿਆ। ਕੁਦਰਤ ਕਵਣ। ਨਾਓ ਵਾਟ ਡਸ ਦਿਸ ਮੀਨ? ਕੁਦਰਤ ਕਵਣ, ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ,
कुदरत कवन हमारी, मेरी की पाया है, मेरी की समर्थ है, कुदरत कवन हमारी। तो इथों कुदरत दा जिहड़ा ये मीनिंग है, मेरी समर्था, कुदरत कवन, मेरी की समर्थ है, कहा विचार कि मैं विचार कह सका। तो कुदरत कवन कहा विचार, इस दे नाल बिल्कुल सारा कित्थों बदलिया, राणे दे औंकड़ ना होण तो। जे राणा दा औंकड़ होंदा, कुदरत कवन कहा विचार, फिर इदां होना सीगा भी मैं की विचार करा कुदरत दी। हुण है कुदरत कवन, मेरी की समर्थ है कि मैं विचार करा। मैं ता वारिया ना जावा एक बार, मैं ता तेरे सारे इस असीम पसारे तो एक बार वारे जान जोगा भी नहीं, वारिया ना जावा एक बार। जो तुद भावै साई भलीकार, इसकी विचार असीं कीती है कि ओही क्रिया भली है, साई भलीकार। कम नहीं कवांगे, कम भला है, फिर वो पुलिंग हो जाएगा। वही क्रिया भली है, क्योंकि साई भलीकार गुरु साहब गुरबाणी विच स्त्रीलिंग वांगू इन्हू दस रहे हैं। वही भली क्रिया है, साई भलीकार जो तुद भावै। गुरबाणी जिथे जिथे सानू दसदे ने कि किस तरह बोलना है, किस तरह सोचना है, किस तरह करना है। जो तुद भावै साई भलीकार, तू सदा सलामत। सलामत वही है कि सत, सत नाम दा दूसरा अल्टरनेटिव है सदा सलामत। सत नाम हमेशा तेरी होंद कायम दायम है, अटल होंद है, वो भी सत नाम है। सदा सलामत ते निरंकार। निरंकार रारे नु औंकड़ नहीं है, तां असीं फिर नु संबोधन करते हैं निरंकार। तेरा कोई आकार नहीं, कोई एक आकार नहीं है जिहदे विच असीं कहिए तो इस तरह दा है। निरंकार, तो ये सारा जो सारी मैग्नैनिमिटी, ये सारा जो पासार है, इस दा सारा फार ऑफ ਉਹਦਾ स्प्रेड है, उसदे पसारे दा, उसका आधार की है सारी पौड़ी दा, जेता कीता तेता नाम। तो नाम दी जिहड़ी अंडरस्टैंडिंग है वो असी इस पौड़ी चों असंख नाव, असंख थाव, अगम अगम असंख लो, असंख कहे सिरे पार होए, अखरी नाम अखरी सालाह, अखरी ज्ञान गीत गुण गाह, अखरी लिखण बोलण बाण, अखरा सिरे संजोग बखान। जिन्नी एह लिखे तिस सिर ना है, जिव फरमाए तिव तिव पाहे, जेता कीता तेता नाओ, मिण नाम है नाही को थाओ, कुदरत कवन कहा विचार, वारिया न जावा एक बार, जो तुद भावै साई भलीकार, तू सदा सलामत निरंकार। वाहिगुरु जी का खालसा, वाहिगुरु जी। ਜਿਹੜਾ ਤੁਸੀਂ ਰੈਫਰੈਂਸ ਵਿੱਚ ਦਿੱਤਾ ਹੈ ਜੋ ਬੁਲਾਵਹਿ, ਸੋ ਬੁਲਾਵਹਿ ਅਗਰ ਹਾਹੇ ਨੂੰ ਸਿਆਰੀ ਹੈ ਤੇ ਤੁਸੀਂ ਫਿਰ ਰੈਫਰ ਟ੍ਰਾਂਸਲੇਸ਼ਨ ਦੇ ਵਿੱਚ ਨੂੰ ਕਿਹਾ ਵੀ ਇਟ ਰੈਫਰਸ ਟੂ ਗॉड, ਰਾਈਟ? तो फिर हाहे ਨੂੰ ਸਿਆਰੀ ਹੈ ਤੇ ਇਟ ਸ਼ੁਡ ਬੀ ਪਲੂਰਲ, ਰਾਈਟ? ਜਿਉਂ ਬੁਲਾਵਹਿ, ਜਿਵੇਂ ਤੂੰ ਬੁਲਾਵਹਿ, ਤੂੰ ਵਿੱਚ ਆ ਗਿਆ। ਹੁਣ ਬੁਲਾਵਹਿ ਹੈ ਨਾ, ਜੇ ਅਸੀਂ ਇਹਨੂੰ ਬੁਲਾਵਹਿ ਨੂੰ ਜਨਰਲਾਈਜ਼ ਹੀ ਕਰ ਦਈਏ, ਜਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਵੀ ਜਿਹੜੀ ਕਿਰਿਆ ਨੂੰ ਹਾਹੇ ਨੂੰ ਸਿਆਰੀ ਹੈ ਨਾ, ਇਹ ਸਾਰੇ ਪਲੂਰਲ ਵਾਸਤੇ ਨੇ, ਔਰ ਇਸ ਦਾ ਉਚਾਰਨ ਵੀ ਬੁਲਾਵਹਿ ਬੁਲਾਵਹਿ ਕਰਕੇ ਬੋਲਦੇ ਆ। ਪਰ ਇੱਥੇ ਦੇਖੋ ਆ ਗਿਆ, ਆਪਾਂ ਜਦੋਂ ਇਸ ਨੂੰ ਵਿਚਾਰਿਆ ਸੀਗਾ, ਅੱਜ ਵੀ ਦੁਬਾਰਾ ਇਸ ਨੂੰ ਦੁਬਾਰਾ ਕਰਦੇ ਹਾਂ, ਜਦੋਂ ਵੀ ਕਿਰਿਆ ਨੂੰ ਹਾਹੇ ਨੂੰ ਸਿਹਾਰੀ ਹੈ ਤਾਂ we immediately have to see ਕਿ ਕਿਹੜਾ ਪੁਰਖ ਹੈ, ਬਿਕੋਜ਼ ਇਸ ਦਾ ਵਚਨ ਪੁਰਖ ਨਾਲ ਸੰਬੰਧਿਤ ਹੈ। ਇਟ ਇਜ਼ ਨਾਟ ਆਲਵੇਜ਼ ਬਹੁਵਚਨ, ਜਿਸ ਤਰ੍ਹਾਂ ਅਕਸਰ ਕਿਹਾ ਜਾਂਦਾ ਹੈ। ਇਟ ਇਜ਼ ਰੋਂਗ ਟੂ ਸੇ ਕਿ ਹਾਹੇ ਦੀ ਸਿਹਾਰੀ ਇਜ਼ ਆਲਵੇਜ਼ ਇੰਪਲਾਈਜ਼ ਬਹੁਵਚਨ, ਦੇਅਰਫੋਰ ਬਿੰਦੀਆਂ ਲਾ ਦਿਓ। ਨਹੀਂ, ਬਿੰਦੀ ਤਾਂ ਵੈਸੇ ਵੀ ਨਹੀਂ ਲਾਣੀ। ਵਾਈ ਸਾਡੀ ਕੀ ਪਾਇਆ ਹੈ, ਕੁਦਰਤ ਕਵਣ, ਸਾਡੀ ਕੀ ਸਮਰੱਥਾ ਹੈ ਕਿ ਅਸੀਂ ਬਿੰਦੀ ਲਾ ਦਈਏ ਕਿਸੇ ਗੁਰੂ ਸਾਹਿਬ ਦੇ ਕਹੇ ਉੱਪਰ। ਪਰ ਇੱਥੇ ਦੇਖੋ ਬੁਲਾਵਹਿ, ਬੁਲਾਵਹਿ ਦੇ ਹਾਹੇ ਦੀ ਸਿਹਾਰੀ ਦੱਸ ਰਹੀ ਹੈ ਕਿ ਇਹ ਦੂਜੇ ਪੁਰਖ ਹੈ,
ਦੂਜਾ ਪੁਰਖ ਹੈ ਤੂੰ ਬੁਲਾਵ ਹੈ, ਇਹ ਚ ਤੂੰ ਛੁਪਿਆ ਹੋਇਆ, ਤੂੰ ਕਿਛ ਨਹੀਂ ਹੈ, ਤੂੰ ਜਿਉਂ ਬੁਲਾਵ ਹੈ। ਇਹਦਾ ਬੁਲਾਵ ਹੈ ਦੀ ਹਾਹੇ ਦੀ ਸਿਹਾਰੀ। ਔਰ ਇੱਕ ਬੋਲ ਹੈ ਤੇ ਬੁਲਾਵ ਹੈ, ਇੱਕ ਨਾ ਪ੍ਰੇਰਣਾਰਥਕ ਕਿਰਿਆ ਬੋਲਦੇ ਆ ਕਿ ਆਪ ਕਰਨਾ ਹੁੰਦਾ, ਕਿਰਿਆ ਕਰਨੀ, ਕਿਸੇ ਕੋਲੋਂ ਕਰਵਾਉਣੀ, ਇਹਨੂੰ ਬੋਲਦੇ, ਉਹਦੀ ਗ੍ਰਾਮੈਟਿਕਲੀ ਇਟ ਇਜ਼ ਕਾਲਡ ਐਸ ਪ੍ਰੇਰਣਾਰਥਕ ਕਿਰਿਆ, ਕਿਸੇ ਕੋਲੋਂ ਕਰਵਾਉਣਾ ਕੰਮ। ਇਹ ਹੈ ਬੁਲਾਵ ਹੈ, ਕਿਸੇ ਕੋਲੋਂ ਬੁਲਵਾਣਾ। ਤੂੰ ਬੁਲਾਵ ਹੈ, ਹੁਣ ਤੂੰ ਮੇਰੇ ਕੋਲੋਂ ਬੁਲਾਵ ਹੈ, ਜਿਉਂ ਤੂੰ ਬੁਲਾਵ ਹੈ। ਤੋ ਜਿਉਂ ਬੁਲਾਵ ਹੈ ਵਿੱਚ ਤੂੰ ਛੁਪਿਆ ਹੋਇਆ ਹੈ, ਕਿਉਂਕਿ ਬੁਲਾਵ ਹੈ ਇੱਥੇ ਸੈਕੰਡ ਪੁਰਖ ਲਈ ਹੈ। ਸੈਕੰਡ ਪਰਸਨ ਵਿੱਚ ਹਾਏ ਦੀ ਸਾਈਡ ਦੀ ਕਿਰਿਆ ਸਿੰਗੂਲਰ ਹੈ। ਸਿੰਗੂਲਰ ਸੈਕੰਡ ਪਰਸਨ ਵਿੱਚ ਦੋ ਹੁੰਦੇ ਨੇ, ਸੈਕੰਡ ਪਰਸਨ ਵਿੱਚ ਇਧਰ ਤੂੰ ਔਰ ਤੁਸੀਂ ਸਾਰੇ। ਤੁਸੀਂ ਸਾਰੇ ਇਸ ਪਲੂਰਲ, ਤੂੰ ਇਸ ਸਿੰਗੂਲਰ। ਜਦੋਂ ਆਇਆ ਜਿਉਂ ਬੁਲਾਵ ਹੈ ਤਾਂ ਸੈਕੰਡ ਪਰਸਨ ਵਿੱਚ ਇਹ ਆਏਗਾ ਤੂੰ, ਨੈਵਰ ਤੁਸੀਂ ਸਾਰੇ। ਜਦੋਂ ਪ੍ਰਭੂ ਵੱਲੋਂ ਕੁਝ ਕਿਹਾ ਜਾ ਰਿਹਾ ਹੈ ਤੇ ਉਹ ਹਮੇਸ਼ਾ ਹਾਹੇ ਦੀ ਸਿਹਾਰੀ ਇਜ਼ ਇੰਪਲਾਈਂਗ। तो जो बुलाव है is जो तू बुलाव है. This is how it means. Did you get it? Anji. One thing I really enjoyed was when you were talking about like the sounds and how they apply to words and how you would categorize them as Puran, Dirag, or Lagu. Oh, wonderful! You remember that? Wonderful. Yeah. Yeah. And I was actually like, I found a lot of interest in that, and how you remember how you said like they were less than normal. Dirag was increased, and then how Puran was normal, and then a Santanav and a Santanav, like, you know, I enjoyed hearing you talk about that portion. Wonderful. Beta, you went to the very deep roots of the things, which is the need of the hour. The Gurbani is to be pronounced, and if it is to be pronounced, we need few different kinds of sounds to differentiate between various things. So the same word is with a onkad or a sihari. The same word is without any onkad or a sihari. Sometimes the sihari is meaning something else. Haha with a sihari is another word totally. So all these things have to be carried forward to the person who is listening. So that it is carried in different ways, we need different kinds of sounds. Therefore, there was a need to classify the sounds, and the most primary way of doing it would be, one is the normal, one is the it's increased, one is it's decreased. So Lagu, Puran, and Dirag, you could remember that. That was wonderful at the very first go. Very nice done, Beta. Very nice. Thank you. It's interesting to see how Punjabi words versus Gurbani words, like the same word can mean different things. Okay. I just forgot last time, I think you said it. What did Amar mean in according to Gurmukhi? Yeah, Amar we were discussing last time. Amar is ਅਸੰਖ ਅਮਰ ਕਰ ਜਾਹੇ ਜੋਰ। ਕਿੰਨੇ ਲੋਕ ਨੇ ਜਿਹੜੇ ਕਿ ਲੋਕਾਂ ਤੇ ਹੁਕਮ ਚਲਾ ਕੇ ਚਲੇ ਜਾਂਦੇ ਨੇ। So they are all getting recorded. ਇੱਥੇ ਤਾਂ ਉਹ ਚਲਾਉਂਦੇ ਨੇ ਵੀ yes, it's me, it's mine, and it's my authority, but it is getting into the register of Guru Sahib the wrong way. They are being recorded. ਅਸੰਖ ਅਮਰ ਕਰ ਜਾਹੇ ਜੋਰ, ਹੁਕਮ ਕਰਕੇ ਚੱਲਦੇ ਨੇ। ਅਮਰ ਕਰਨਾ is ਹੁਕਮ ਕਰਨਾ। Okay, thank you. Yeah, so nice. ਅਗਮ ਅਸੰਖ ਦੋ ਜਿਹੜੀ ਲਾਈਨ ਹੈ ਉਹਦੇ ਵਿੱਚ ਜੋ ਮੈਨੂੰ ਸਮਝ ਆਇਆ, ਅਗਮ ਮਤਲਬ ਤੁਸੀਂ ਕਹਿ ਰਹੇ ਹੋ ਕਿ ਉਹ ਅਸੰਖ ਨੂੰ ਹੀ ਉਹ ਕੀਤਾ, ਮਲਟੀਪਲਾਈ ਕੀਤਾ ਹੈ, ਮਤਲਬ ਨਹੀਂ ਅਗਮ means ਅਸੀਂ ਨਾ there are ways and means by which we can outreach to a person, to a thing or a concept, or we want to outreach. Either we can look at it, ਸਾਡੇ ਕੋਲ ਸਾਡੀਆਂ ਜਿਹਨੂੰ ਕਹਿੰਦੇ ਨੇ ਇੰਦਰੀਆਂ ਨੇ ਸਾਡੀਆਂ, we look at and we analyze a person by looking at something. We smell, we taste, we hear, we touch. These are our faculties by which we can comprehend. Agam is beyond our comprehension.
they all cannot be comprehended for whatsoever reason. So something which is uncomprehensible is agam. ਇਨਫਾਈਨਾਈਟ ਹੈ Yeah, ਹੁਣ ਤੁਸੀਂ continue ਕਰੋ. ਤੇ ਲੋ ਦਾ ਕੀ ਮਤਲਬ ਆਪਾਂ Lower would be where people reside. ਕਿੱਥੇ ਵੀ ਰਹਿਣ ਵਾਲੀ ਜਗ੍ਹਾ. ਹੁਣ ਜਿੱਥੇ ਲੋਕ ਰਹਿੰਦੇ ਨੇ, it could be a unit, one family unit, ਇੱਕ family ਰਹਿ ਰਹੀ ਹੈ, ਤਾਂ ਉਸ ਦੇ ਨਾਲ ਕਈ ਕੁਝ ਅਟੈਚ ਹੈ ਗੱਲਾਂ. ਉਹ ਕੀ ਪਾਉਂਦੇ ਨੇ, ਕੀ ਖਾਂਦੇ ਨੇ, ਕੀ ਬੋਲਦੇ ਨੇ, ਕਿਵੇਂ ਰਹਿੰਦੇ ਨੇ. ਤਾਂ ਇੱਕ ਪੂਰਾ ਪਿੰਡ ਵੀ ਇੱਕ ਲੋ ਹੈ, ਇੱਕ ਸਾਰੇ ਪਿੰਡਾਂ ਦਾ ਕਲਸਟਰ ਵੀ ਲੋ ਹੈ, ਸਾਰਾ ਸ਼ਹਿਰ ਇੱਕ ਲੋ ਹੈ, ਸਾਰਾ ਡਿਸਟ੍ਰਿਕਟ ਲੋ ਹੈ, ਸਾਰੀ ਕੰਟਰੀ ਇੱਕ ਲੋ ਹੈ. ਤਾਂ place where people stay would be lower. Lower would be various places where people stay. Lower. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. Okay.